ਹੈਲੋ ਸਟੂਡੈਂਟਸ, ਅਸੀਂ ਕਰਾਂਗੇ ਅੱਜ ਆਪਣੀ ਕਲਾਸ 10th ਜਿਸ ਦਾ ਦੇਖੋ ਕਲਾਸ ਹੈ ਸਾਡੀ 10th ਚੈਪਟਰ ਹੋਏਗਾ ਸਾਡਾ 4th ਜਿਸ ਦਾ ਨਾਮ ਹੈ ਸਾਡੇ ਕੋ ਕੁਆਡਰੇਟਿਕ ਇਕੁਏਸ਼ਨ ਜਾਂ ਸਾਡੇ ਕੋ ਜਿਸ ਨੂੰ ਅਸੀਂ ਬੋਲਦੇ ਹਾਂ ਦੋ ਘਾਤੀ ਸਮੀਕਰਨ। ਸੋ ਇਸ ਕਲਾਸ ਦੇ ਵਿੱਚ ਅਸੀਂ ਸਤੰਬਰ ਟੈਸਟ ਦੇ ਲਈ ਕੁਝ ਆਪਣੇ ਇੰਪੋਰਟੈਂਟ ਕੁਐਸਚਨ ਜਿਹੜੇ ਉਹਨਾਂ ਬਾਰੇ ਗੱਲ ਕਰਾਂਗੇ। ਸੋ ਤੁਹਾਨੂੰ ਸਤੰਬਰ ਟੈਸਟ ਵਿੱਚ ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਦੇਖਣ ਨੂੰ ਮਿਲਣਗੇ ਜਾਂ ਇਸ ਤਰ੍ਹਾਂ ਦੇ ਕੁਝ ਮਿਲਦੇ ਜੁਲਦੇ ਸਵਾਲ ਤੁਹਾਨੂੰ ਜਿਹੜੇ ਉਹ ਪੇਪਰ ਦੇ ਵਿੱਚ ਆਉਣਗੇ। ਸੋ ਇਸ ਲਈ ਕਲਾਸ ਨੂੰ ਬਹੁਤ ਹੀ ਧਿਆਨ ਦੇ ਨਾਲ ਸੁਣਨਾ ਹੈ ਅਤੇ ਸਮਝਣਾ ਹੈ ਅਤੇ ਬਾਅਦ ਵਿੱਚ ਤੁਸੀਂ ਆਪ ਖੁਦ ਜਿਹੜੀ ਇਸ ਦੀ ਰਿਵੀਜ਼ਨ ਕਰਨੀ ਹੈ। ਅਤੇ ਨਾਲ ਹੀ ਇੱਕ ਗੱਲ ਹੋਰ ਕਿ ਇਸ ਕਲਾਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਸ ਚੈਪਟਰ ਦੀ ਜੋ ਇੰਟਰੋਡਕਸ਼ਨ ਕਲਾਸ ਅਸੀਂ ਬਣਾ ਚੁੱਕੇ ਹਾਂ ਉਸ ਨੂੰ ਪਹਿਲਾਂ ਵੇਖ ਲਿਆ ਜਾਵੇ ਅਤੇ ਧਿਆਨ ਨਾਲ ਸੁਣ ਲਿਆ ਜਾਵੇ ਅਤੇ ਸਮਝ ਲਿਆ ਜਾਵੇ, ਜਿਸ ਦਾ ਲਿੰਕ ਜਿਹੜਾ ਤੁਹਾਨੂੰ ਇਸ ਕਲਾਸ ਦੇ ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ ਕਿ ਮਿਲ ਜਾਏਗਾ। ਹੇਠਾਂ ਦਿੱਤੇ ਵਿੱਚੋਂ ਕਿਹੜੀ ਸਮੀਕਰਨ ਦੋ ਘਾਤੀ ਸਮੀਕਰਨ ਹੈ? ਸੋ ਸਾਡਾ ਫਸਟ ਕੁਐਸਚਨ ਹੈ, ਦੇਖੋ ਇੱਥੇ ਲਿਖਿਆ ਦੋ ਘਾਤੀ ਸਮੀਕਰਨ, ਫਿਰ ਸਾਡੇ ਕੋਲ ਆਉਂਦਾ ਵਿਚ ਆਫ ਦ ਫੋਲੋਇੰਗ ਗਿਵਨ ਇਕੁਏਸ਼ਨ ਇਜ਼ ਕੁਆਡਰੇਟਿਕ ਇਕੁਏਸ਼ਨ। ਸੋ ਕੁਆਡਰੇਟਿਕ ਇਕੁਏਸ਼ਨ ਦੀ ਗੱਲ ਕਰੀਏ ਤਾਂ ਸਾਡੇ ਕੋਲ ਇੱਥੇ ਦਿੱਤਾ ਹੈ 2। ਸੋ 2 ਤੋਂ ਕਲੀਅਰ ਹੈ ਸਾਡੇ ਕੋਲ ਮਤਲਬ ਕਿ 2। ਸੋ ਕੁਆਡਰੇਟਿਕ ਦਾ ਮਤਲਬ ਹੋ ਗਿਆ ਸਾਡੇ ਕੋਲ 2। ਸੋ ਉਹ ਵਾਲੀ ਸਮੀਕਰਨ ਜਿਸ ਦੀ ਸਾਡੇ ਕੋਲ ਵੱਧ ਤੋਂ ਵੱਧ ਘਾਤ ਜਿਹੜੀ ਹੈ ਉਹ 2 ਦਿੱਤੀ ਗਈ ਹੋਵੇ ਉਸ ਨੂੰ ਅਸੀਂ ਦੋ ਘਾਤੀ ਸਮੀਕਰਨ ਜਾਂ ਕੁਆਡਰੇਟਿਕ ਇਕੁਏਸ਼ਨ ਜਿਹੜਾ ਕਿ ਬੁਲਾਉਂਦੇ ਹਾਂ। ਮਤਲਬ ਕਿ ਇਸ ਦੀ ਜਿਹੜੀ ਘਾਤ ਹੁੰਦੀ ਹੈ ਸਾਡੇ ਕੋਲ ਉਹ ਕਿੰਨੀ ਹੁੰਦੀ ਹੈ 2, ਮਤਲਬ ਜਿਹੜੀ ਪਾਵਰ ਹੁੰਦੀ ਹੈ ਉਹ ਹੁੰਦੀ ਹੈ 2 ਦੇ ਬਰਾਬਰ। ਸੋ ਦੇਖੋ ax² + bx + c ਬਰਾਬਰ 0। ਸੋ ਸਾਡੇ ਕੋਲ ਘਾਤ ਕਿੰਨੀ ਹੈ ਵੱਧ ਤੋਂ ਵੱਧ 2, ਇਸ ਲਈ ਇਹ ਸਾਡੇ ਕੋਲ ਕੀ ਹੈ ਦੋ ਘਾਤੀ ਸਮੀਕਰਨ। ਸੋ ਇਸ ਨੂੰ ਅਸੀਂ ਟਿਕ ਕਰਤਾ। ਫਿਰ ਸਾਡੇ ਕੋਲ b ਹੈ ax + b ਬਰਾਬਰ 0, a not equal to 0। ਸੋ ਧਿਆਨ ਨਾਲ ਦੇਖੋ ਕਿ ਇਸ ਦੇ ਵਿੱਚ ਘਾਤ ਕਿੰਨੀ ਹੈ ਸਾਡੇ ਕੋਲ 1। ਸੋ ਇਸ ਦੀ ਘਾਤ ਹੈ ਸਾਡੇ ਕੋਲ ਬਰਾਬਰ 1। ਸੋ ਘਾਤ ਕਿੰਨੀ ਚਾਹੀਦੀ ਸਾਨੂੰ 2, ਇਸ ਲਈ ਸਾਡੇ ਕੋਲ ਇਹ ਜਿਹੜੀ ਦੋ ਘਾਤੀ ਸਮੀਕਰਨ ਉਹ ਨਹੀਂ ਹੈ। ਹੁਣ ਤੁਹਾਡੇ ਕੋਲ ਇਹ ਕੁਐਸਚਨ ਤਾਂ ਹੋ ਗਿਆ। ਹੁਣ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਐਗਜ਼ਾਮਪਲ ਜਿਹੜੀਆਂ ਬਣਾ ਕੇ ਵੇਖਣੀਆਂ ਹਨ ਤਾਂ ਜਿਨ੍ਹਾਂ ਨੂੰ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਅਤੇ ਜਿਸ ਦਾ ਤੁਹਾਨੂੰ ਰਿਪਲਾਈ ਦੱਸ ਦਿੱਤਾ ਜਾਵੇਗਾ ਕਿ ਉਹ ਸਮੀਕਰਨ ਤੁਹਾਡੇ ਦੁਆਰਾ ਬਣਾਈ ਗਈ ਦੋ ਘਾਤੀ ਹੈ ਜਾਂ ਕਿ ਨਹੀਂ ਹੈ। ਜਾਂਚ ਕਰੋ ਕਿ ਹੇਠ ਦਿੱਤਿਆਂ ਵਿੱਚੋਂ ਕਿਹੜਾ ਦੋ ਘਾਤੀ ਸਮੀਕਰਨ x² + 5x - 6 ਬਰਾਬਰ 0 ਦਾ ਮੂਲ ਹੈ। ਸੋ ਮੂਲ ਦਾ ਮਤਲਬ ਕੀ ਦੇਖੋ ਵਿਚ ਆਫ ਦ ਫੋਲੋਇੰਗ ਇਜ਼ ਅ ਰੂਟ ਆਫ ਕੁਆਡਰੇਟਿਕ ਇਕੁਏਸ਼ਨ। ਸੋ ਜਦੋਂ ਵੀ ਤੁਹਾਡੇ ਕੋਲ ਰੂਟ ਦੀ ਗੱਲ ਕੀਤੀ ਜਾਵੇ ਜਾਂ ਮੂਲ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਇਹ ਜਿਹੜੀਆਂ ਚਾਰ ਆਪਸ਼ਨ ਦਿੱਤੀਆਂ ਗਈਆਂ ਹਨ ਇਹਨਾਂ 'ਚ ਚਾਰ ਸੰਖਿਆਵਾਂ ਦਿੱਤੀਆਂ ਗਈਆਂ ਹਨ। ਅਸੀਂ ਦੇਖਣਾ ਕਿ ਕਿਹੜੀ ਸੰਖਿਆ ਨੂੰ ਇਸ ਦੇ x ਦੀ ਜਗ੍ਹਾ 'ਤੇ ਭਰ ਕੇ x ਦੀ ਜਗ੍ਹਾ 'ਤੇ ਪੁੱਟ ਕਰਕੇ ਬਰਾਬਰ 0 ਬਣਦਾ ਹੈ। ਸੋ ਜਿਸ ਨਾਲ 0 ਬਣ ਜਾਏਗਾ ਉਹ ਸਾਡਾ ਇਸ ਦਾ ਮੂਲ ਜਾਂ ਰੂਟ ਹੋਵੇਗਾ। ਸੋ ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ 2 ਤੋਂ। ਦੇਖੋ 2 ਦਾ ਇੱਥੇ ਉਹ x ਦੀ ਜਗ੍ਹਾ 'ਤੇ 2 ਆ ਗਿਆ, 2 ਦਾ ਹੋ ਗਿਆ ਵਰਗ, ਫਿਰ ਆ ਗਿਆ -5 ਨਾਲ x ਪਿਆ ਹੈ ਮਤਲਬ 2 ਗੁਣਾ ਹੋ ਗਿਆ, ਫਿਰ ਹੈ 6 ਸਾਡੇ ਕੋਲ। ਦੇਖੋ 2 ਦੂਣੀ ਸਾਡੇ ਕੋਲ ਆ ਗਿਆ 4, 5 ਦੂਣੀ 10 -6। ਸੋ ਦੇਖੋ ਮਾਈਨਸ ਦੀਆਂ ਦੋ ਸੰਖਿਆਵਾਂ ਆ ਗਈਆਂ, ਇਹ ਆ ਗਿਆ -16, ਇੱਧਰ ਆ ਗਿਆ 4। ਸੋ ਸਾਡੇ ਕੋਲ ਇਹ 0 ਦੇ ਬਰਾਬਰ ਨਹੀਂ ਆਉਂਦਾ। ਫਿਰ ਦੇਖੋ 3 3 9 ਸਾਡੇ ਕੋਲ ਪਹਿਲਾਂ ਕੀ ਆਇਆ 9, ਫਿਰ 3 5 15 + 15 -6। ਸੋ ਦੇਖੋ 15 ਤੇ 9 ਸਾਡੇ ਕੋਲ ਕਿੰਨਾ ਬਣ ਜਾਏਗਾ 24। ਸੋ 24 ਚੋਂ 6 ਕਰ ਦਾਂਗੇ ਸਾਡੇ ਕੋਲ ਆ ਗਿਆ 18। ਸੋ ਇਹ ਵੀ ਸਾਡੇ ਕੋਲ 0 ਦੇ ਬਰਾਬਰ ਨਹੀਂ ਆਉਂਦਾ। ਸੋ ਇਹ ਵੀ ਨਹੀਂ ਹੈ, ਇਹ ਵੀ ਨਹੀਂ ਹੈ। ਫਿਰ ਚੈੱਕ ਕਰਦੇ ਹਾਂ 1। ਸੋ 1 ਦਾ ਵਰਗ ਕੀਤਾ ਸਾਡੇ ਕੋਲ ਆ ਗਿਆ 1, ਫਿਰ 5 ਨਾਲ 1 ਨੂੰ ਗੁਣਾ ਕੀਤਾ ਸਾਡੇ ਕੋਲ ਆ ਗਿਆ +5, ਫਿਰ ਆ ਗਿਆ ਸਾਡੇ ਕੋਲ -6। ਸੋ 5 ਤੱਕ ਕਿੰਨਾ ਆ ਗਿਆ 6 -6 ਸਾਡੇ ਕੋਲ ਕਿੰਨਾ ਬਣ ਗਿਆ 0। ਸੋ ਇਸ ਨਾਲ 0 ਬਣਦਾ ਹੈ। ਇਸ ਦਾ ਮਤਲਬ ਜਿਹੜਾ 1 ਹੈ ਉਹ ਦੋ ਘਾਤੀ ਸਮੀਕਰਨ ਦਾ ਰੂਟ ਜਾਂ ਮੂਲ ਹੈ। ਸੋ 0 ਚੈੱਕ ਕਰ ਲਓ, 0 ਦਾ ਵਰਗ ਕਰੋ 0 ਆ ਗਿਆ ਸਾਡੇ ਕੋਲ, ਇੱਥੇ ਆ ਗਿਆ ਸਾਡੇ ਕੋਲ 0, ਫਿਰ ਆ ਗਿਆ 5 ਨੂੰ 0 ਨਾਲ ਗੁਣਾ ਕੀਤੀ 0 + ਆ ਗਿਆ 6। ਸੋ ਦੇਖੋ ਸਾਡੇ ਕੋਲ ਇੱਥੇ ਕੀ ਬਚਦਾ ਹੈ -6 ਬਣਦਾ ਹੈ। ਇਹ ਵੀ ਨੋਟ ਇਕੁਅਲ ਟੂ 0 ਆਉਂਦਾ ਹੈ, ਇਸ ਲਈ 0 ਵੀ ਇਸ ਦਾ ਮੂਲ ਜਾਂ ਰੂਟ ਜਿਹੜਾ ਕਿ ਉਹ ਨਹੀਂ ਹੈ। ਫਿਰ ਸਾਡੇ ਕੋਲ ਸਵਾਲ ਨੰਬਰ ਆਉਂਦਾ ਹੈ ਸਾਡਾ ਕੁਐਸਚਨ ਨੰਬਰ 3rd, ਹੇਠ ਲਿਖੀਆਂ ਸਮੀਕਰਨਾਂ ਵਿੱਚੋਂ ਕਿਹੜੀਆਂ ਸਮੀਕਰਨਾਂ ਦੋ ਘਾਤੀ। ਸੋ ਫਿਰ ਆ ਗਿਆ ਸਾਡੇ ਕੋਲ ਇਸ ਤਰ੍ਹਾਂ ਦਾ ਕੁਐਸਚਨ, ਦੋ ਘਾਤੀ ਸਮੀਕਰਨ ਜਾਂ ਕੁਆਡਰੇਟਿਕ ਇਕੁਏਸ਼ਨਸ ਹਨ। ਸੋ ਦੇਖੋ ਇਸ ਦੀ ਵੱਧ ਤੋਂ ਵੱਧ ਪਾਵਰ ਕਿੰਨੀ ਹੈ 2, ਠੀਕ ਹੈ। ਇਹ ਸਾਡੇ ਕੋਲ ਦੋ ਘਾਤੀ ਸਮੀਕਰਨ ਹੈ, ਮਤਲਬ ਇਹਦਾ ਸਾਡੇ ਕੋਲ ਕੀ ਹੋ ਗਿਆ ਆਨਸਰ ਹੈ, ਜਾਂ ਅਸੀਂ ਲਿਖ ਦਾਂਗੇ ਯੈਸ। x + 1 x + 3। ਸੋ ਦੋ ਸਾਡੇ ਕੋਲ ਫੈਕਟਰ ਦਿੱਤੇ ਗਏ ਹਨ, ਇਹਨਾਂ ਨੂੰ ਅਸੀਂ ਗੁਣਾ ਕਰਾਂਗੇ। ਸੋ x ਨੂੰ x ਨਾਲ ਗੁਣਾ ਕਰੋ ਸਾਡੇ ਕੋਲ ਆ ਗਿਆ x² ਪਲੱਸ x ਨੂੰ 3 ਨਾਲ ਕਰੋ ਸਾਡੇ ਕੋਲ ਆ ਗਿਆ 3x, 1 ਨੂੰ x ਨਾਲ ਕਰੋ ਸਾਡੇ ਕੋਲ ਆ ਗਿਆ 1x, ਫਿਰ 1 ਨੂੰ 3 ਨਾਲ ਗੁਣਾ ਹੋਏਗੀ ਸਾਡੇ ਕੋਲ ਆਏਗਾ 3 ਬਰਾਬਰ 0। ਹੁਣ ਇਸ ਦੇ ਵਿੱਚ ਦੇਖੋ ਤੁਹਾਡੇ ਕੋਲ ਘਾਤ ਵੱਧ ਤੋਂ ਵੱਧ ਕਿੰਨੀ ਆਈ ਹੈ 2 ਆਈ ਹੈ ਨਾ, ਇਹਦਾ ਮਤਲਬ ਇਹ ਵੀ ਸਾਡੇ ਕੋਲ ਦੋ ਘਾਤੀ ਸਮੀਕਰਨ ਹੈ, ਮਤਲਬ ਕਿ ਯੈਸ। ਫਿਰ ਹੈ ਸਾਡਾ C ਭਾਗ x - 2 ਦਾ ਵਰਗ, ਫਿਰ ਸਾਡੇ ਕੋਲ x² + 3x + 5।
ਸੋ ਸਭ ਤੋਂ ਪਹਿਲਾਂ ਅਸੀਂ ਆਪਣੇ ਇਸ ਭਾਗ ਨੂੰ ਜਿਹੜਾ ਕਿ ਹੱਲ ਕਰਾਂਗੇ। ਸੋ ਇੱਥੇ ਸਾਡੇ ਕੋਲ ਇੱਕ ਫਾਰਮੂਲਾ ਲੱਗੇਗਾ ਸਾਡਾ a - b ਦਾ ਹੋਲ ਸਕੁਅਰ, a ਸਕੁਅਰ ਪਲੱਸ b ਸਕੁਅਰ ਮਾਈਨਸ 2ab। ਕਿਹੜਾ ਫਾਰਮੂਲਾ ਲੱਗੇਗਾ ਸਾਡਾ? a ਸਕੁਅਰ ਪਲੱਸ b ਸਕੁਅਰ ਮਾਈਨਸ 2ab। ਸੋ a ਕੀ ਹੈ ਸਾਡਾ x ਅਤੇ b ਕਿੰਨਾ ਹੈ 2। ਸੋ ਹੱਲ ਕਰਦੇ ਹਾਂ ਅਸੀਂ, ਪਹਿਲਾਂ ਲਿਖਦੇ ਹਾਂ x ਸਕੁਅਰ, ਫਿਰ ਲਿਖਿਆ ਪਲੱਸ 2 ਦਾ ਵਰਗ ਮਾਈਨਸ 2 ਇੰਟੂ x ਇੰਟੂ 2। ਸੋ ਇਹ ਆ ਗਿਆ ਸਾਡੇ ਕੋਲ x ਸਕੁਅਰ ਪਲੱਸ 4 ਮਾਈਨਸ 2 ਦੂਣੀ 4x। ਸੋ ਇਸ ਸਾਈਡ ਦੇਖੋ ਸਾਡੇ ਕੋਲ ਹੈ x ਸਕੁਅਰ ਬਰਾਬਰ x ਸਕੁਅਰ ਪਲੱਸ 3x ਪਲੱਸ 5। ਹੁਣ ਦੇਖੋ ਸਾਡੇ ਕੋਲ ਜਿਹੜਾ ਇਹ ਦਿੱਤਾ ਗਿਆ ਬਰਾਬਰ ਹੈ ਵਿੱਚ, ਤੇ ਦੋਵਾਂ ਸਾਈਡ 'ਤੇ ਸਾਡੇ ਕੋਲ ਵਿਅੰਜਕ ਹਨ। ਹੁਣ ਧਿਆਨ ਨਾਲ ਸਮਝਣਾ ਹੈ, ਜਦੋਂ ਸਾਡੇ ਕੋਲ ਬਰਾਬਰ ਹੋਵੇ, ਦੋਵਾਂ ਪਾਸੇ ਕੋਈ ਸਮੀਕਰਨ ਦੇ ਦਿੱਤੀ ਗਈ ਹੋਵੇ, ਤੇ ਸਮੀਕਰਨ ਦੇ ਵਿੱਚ ਜਿਹੜੇ ਵੀ ਸਾਡੇ ਕੋਲ ਫੈਕਟਰ ਜਿਹੜੇ ਉਹ ਬਰਾਬਰ ਹੋਣਗੇ, ਜਾਂ ਜਿਹੜੇ ਵੀ ਸਾਡੇ ਕੋਲ ਪਦ ਜਿਹੜੇ ਉਹ ਬਰਾਬਰ ਹੋਣਗੇ, ਟਰਮਸ ਜਿਹੜੀਆਂ ਬਰਾਬਰ ਹੋਣਗੀਆਂ, ਇਕੁਅਲ ਹੋਣਗੀਆਂ, ਉਹ ਆਪਸ ਵਿੱਚ ਕੈਂਸਲ ਹੋ ਜਾਣਗੀਆਂ। ਇਸ ਲਈ x ਸਕੁਅਰ ਤਾਂ ਕੈਂਸਲ ਹੋ ਗਿਆ। ਸੋ ਸਾਡੇ ਵਿੱਚ ਇਹਦੇ ਵਿੱਚ x ਦੀ ਘਾਤ 2 ਰਹੀ। ਸੋ ਸਾਡੇ ਕੋਲ ਘਾਤ ਜਿਹੜੀ ਜਾਂ ਪਾਵਰ 2 ਰਹੀ ਹੀ ਨਹੀਂ ਹੈ, ਨਹੀਂ ਹੁਣ ਇਸ ਦੇ ਵਿੱਚ ਬਚਦੀ ਹੈ। ਇਸ ਲਈ ਇਹ ਇਸ ਦਾ ਆਨਸਰ ਹੈ ਨਹੀਂ ਅਤੇ ਨੋ। ਫਿਰ ਹੈ ਸਾਡੇ ਕੋਲ ਇਹ ਵਾਲਾ ਕੁਐਸਚਨ, ਦੇਖੋ ਇੱਥੇ ਗੁਣਾ ਕਰੋ x ਨੂੰ, ਇੱਧਰ ਸਾਡੇ ਕੋਲ ਬਣ ਗਿਆ x ਸਕੁਅਰ। ਸੋ ਪਲੱਸ 1 ਨੀਚੇ ਆ ਜਾਏਗਾ ਸਾਡੇ ਕੋਲ x। ਸੋ ਇੱਥੇ ਸਾਡੇ ਕੋਲ x ਦੀ ਘਾਤ 2 ਆਉਂਦੀ ਹੈ, ਇਸ ਲਈ ਇਹ ਸਾਡੇ ਕੋਲ ਆ ਗਿਆ ਸਹੀ। ਸਮੀਕਰਨ 2x ਸਕੁਅਰ ਮਾਈਨਸ ax ਪਲੱਸ 6 ਬਰਾਬਰ ਇਹ ਹੈ ਸਾਡੇ ਕੋਲ 6 ਦਿੱਤਾ ਗਿਆ, ਬਰਾਬਰ 0 ਦਾ ਇੱਕ ਮੂਲ 2 ਹੋਵੇ ਤਾਂ a ਦਾ ਮੁੱਲ ਪਤਾ ਕਰੋ। फिर देखो साढ़े को क्वेश्चन नंबर आता है 4। समीकरण 2x स्क्वेयर माइनस ax प्लस 6 बराबर 0 का एक मूल 2 होवे तां a का मूल पता करो। इफ वन रूट ऑफ द इक्वेशन, मतलब कि एक रूट ਇਹਦਾ ਦਿੱਤਾ ਗਿਆ ਹੈ 2, ਤਾਂ ਅਸੀਂ a ਦੀ ਵੈਲਿਊ ਪਤਾ ਕਰਨੀ ਹੈ। ਸੋ ਜਿਹੜਾ रूट ਹੁੰਦਾ ਹੈ ਸਾਡੇ ਕੋਲ ਪਤਾ ਹੈ ਕਿ ਜਦੋਂ ਉਸ ਨੂੰ ਅਸੀਂ ਇਕੁਏਸ਼ਨ ਦੇ ਵਿੱਚ ਕਿਸੇ ਵੀ ਵੇਰੀਏਬਲ ਜੋ ਵੀ ਦਿੱਤਾ ਗਿਆ ਉਸ ਦੀ ਜਗ੍ਹਾ ਤੇ ਭਰਦੇ ਹਾਂ ਤਾਂ ਸਾਡੇ ਕੋਲ ਸਾਰੀ ਇਕੁਏਸ਼ਨ ਬਰਾਬਰ ਕਿਹਦੇ ਹੋ ਜਾਂਦੀ ਹੈ 0 ਦੇ। ਸੋ ਹੁਣ ਅਸੀਂ 2 ਨੂੰ x ਦੀ ਜਗ੍ਹਾ ਤੇ ਭਰਾਂਗੇ। ਸੋ ਦੇਖੋ ਸਾਡੇ ਕੋਲ ਗਿਆ 2, x ਦੀ ਜਗ੍ਹਾ ਤੇ 2 ਭਰਿਆ, ਸਾਡੇ ਕੋਲ ਗਿਆ ਵਰਗ ਮਾਈਨਸ a, ਫਿਰ ਅਸੀਂ 2 ਲਿਖਿਆ ਪਲੱਸ ਆ ਗਿਆ 6। ਸੋ ਸਾਡੇ ਕੋਲ ਕੀ ਬਣਦਾ ਹੈ 2 ਦੂਣੀ 4, ਜਿੱਥੇ ਵਰਗ ਹੈ ਨਾ, ਦੇਖੋ 2 ਦੂਣੀ 4 ਹੋ ਗਿਆ ਸਾਡੇ ਕੋਲ, 4 ਦੂਣੀ 8, ਪਹਿਲਾਂ ਆ ਗਿਆ 8, ਫਿਰ ਆ ਗਿਆ ਸਾਡੇ ਕੋਲ ਮਾਈਨਸ 2a, ਫਿਰ ਆ ਗਿਆ ਸਾਡੇ ਕੋਲ ਪਲੱਸ 6 ਬਰਾਬਰ ਅਸੀਂ ਲਿਖਾਂਗੇ 0। ਸੋ 0 ਕਿਉਂ ਲਿਖਾਂਗੇ? ਕਿਉਂਕਿ ਸਾਡੇ ਕੋਲ ਇਹ ਜਿਹੜਾ 2 ਹੈ ਉਹ ਸਮੀਕਰਨ ਦਾ ਮੂਲ ਜਾਂ ਰੂਟ ਹੈ। ਹੁਣ ਸਾਡੇ ਕੋਲ ਆਉਂਦਾ ਹੈ 8 ਤੇ 6 ਦੋਵਾਂ ਨੂੰ ਜੋੜਦੇ ਹਾਂ, ਸਾਡੇ ਕੋਲ ਆਏਗਾ 14 ਮਾਈਨਸ 2a ਬਰਾਬਰ 0। ਸੋ ਸਾਡੇ ਕੋਲ ਫਿਰ ਬਣਦਾ ਹੈ 14 ਬਰਾਬਰ 2a। ਸੋ 2 ਸੱਤੇ 14, ਤਾਂ a ਸਾਡੇ ਕੋਲ ਕਿੰਨਾ ਆ ਗਿਆ 7। ਸੋ ਇਹਦਾ ਮਤਲਬ a ਦੀ ਵੈਲਿਊ ਕਿੰਨੀ ਆ ਗਈ ਸਾਡੇ ਕੋਲ 7 ਜਿਹੜੀ ਉਹ ਆ ਜਾਂਦੀ ਹੈ। ਫਿਰ ਸਾਡੇ ਕੋਲ ਕੁਐਸਚਨ ਨੰਬਰ ਆਉਂਦਾ ਹੈ ਸਾਡਾ 5। ਸਮੀਕਰਨ ax ਸਕੁਅਰ ਪਲੱਸ bx ਪਲੱਸ c ਬਰਾਬਰ 0 ਦੇ ਦੋ ਭਿੰਨ ਭਿੰਨ ਅਤੇ ਵਾਸਤਵਿਕ ਮੂਲ ਹੋਣਗੇ ਜੇਕਰ, ਸੋ ਦੋ ਭਿੰਨ ਭਿੰਨ ਅਤੇ ਵਾਸਤਵਿਕ ਮੂਲ ਹੋਣਗੇ ਜੇਕਰ b ਸਕੁਅਰ ਮਾਈਨਸ 4ac ਜਿਹੜਾ ਹੈ ਸਾਡੇ ਕੋਲ ਬਰਾਬਰ ਹੋਵੇਗਾ ਜਾਂ ਲੈਸ ਦੈਨ 0, ਗ੍ਰੇਟਰ ਦੈਨ 0, ਬਰਾਬਰ 0 ਔਰ ਨੋਟ ਇਕੁਅਲ ਟੂ 0। ਹੁਣ ਇਸ ਕੁਐਸਚਨ ਦੇ ਲਈ ਇੰਟਰੋਡਕਸ਼ਨ ਦੇ ਵਿੱਚ ਬਹੁਤ ਹੀ ਵਧੀਆ ਕਨਸੈਪਟ ਜਿਹੜਾ ਦੱਸਿਆ ਗਿਆ, ਸਾਰਾ ਹੀ ਬਹੁਤ ਡਿਟੇਲ ਦੇ ਨਾਲ, ਇਸ ਲਈ ਤੁਹਾਨੂੰ ਕਿਹਾ ਜਾਂਦਾ ਹੈ ਕਿ ਇੰਟਰੋਡਕਸ਼ਨ ਵਾਲੀ ਕਲਾਸ ਨੂੰ ਜ਼ਰੂਰ ਵੇਖਿਆ ਜਾਵੇ। ਹੁਣ ਇਸ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਜਦੋਂ ਸਾਡੇ ਕੋਲ b ਸਕੁਅਰ ਮਾਈਨਸ 4ac ਲੈਸ ਦੈਨ 0 ਹੁੰਦਾ ਹੈ ਤਾਂ ਉਦੋਂ ਸਾਡੇ ਕੋਲ ਰੂਟ ਜਿਹੜੇ ਉਹ ਪੋਸੀਬਲ ਹੀ ਨਹੀਂ ਹੁੰਦੇ, ਮਤਲਬ ਕਿ ਇਹ ਤਾਂ ਕੈਂਸਲ ਹੋ ਗਿਆ ਕਿ ਇੱਥੇ ਰੂਟ ਸਾਡੇ ਕੋਲ ਸੰਭਵ ਨਹੀਂ ਹੈ, ਪੋਸੀਬਲ ਨਹੀਂ ਹੈ, ਕਿਉਂਕਿ ਇੱਥੇ ਆਨਸਰ ਨੈਗੇਟਿਵ 'ਚ ਆਏਗਾ। ਇੱਥੇ ਸਾਡੇ ਕੋਲ ਬਰਾਬਰ 0। ਸੋ ਜਦੋਂ ਸਾਡੇ ਕੋਲ ਬਰਾਬਰ 0 ਹੁੰਦਾ ਹੈ ਤਾਂ ਸਾਡੇ ਕੋਲ 2 ਰੂਟ ਤਾਂ ਆਉਂਦੇ ਹਨ, ਠੀਕ ਹੈ, 2 ਰੂਟ ਤਾਂ ਆਉਂਦੇ ਹਨ ਸਾਡੇ ਕੋਲ, ਪਰ ਦੋਵੇਂ ਰੂਟ ਆਪਸ ਦੇ ਵਿੱਚ ਕੀ ਹੁੰਦੇ ਹਨ ਬਰਾਬਰ ਹੁੰਦੇ ਹਨ, ਮਤਲਬ ਕਿ ਇੱਕ ਹੀ ਮੁੱਲ ਜਿਹੜਾ ਸਾਡੇ ਕੋਲ ਨਿਕਲ ਕੇ ਆਉਂਦਾ ਹੈ। ਸੋ 0 ਤੇ ਨੋਟ ਇਕੁਅਲ ਟੂ ਇਹ ਕਨਸੈਪਟ ਨਹੀਂ ਹੈ। ਸੋ ਸਾਡੇ ਕੋਲ ਆਉਂਦਾ ਹੈ ਇੱਥੇ ਇਹ ਦੇਖੋ ਨੋਟ ਇਕੁਅਲ ਟੂ 0 ਹੈ ਨਾ, ਲੈਸ ਦੈਨ ਹੋਏਗਾ ਗ੍ਰੇਟਰ ਦੈਨ ਹੋਏਗਾ ਤਾਂ ਸਾਡੇ ਕੋਲ ਨੋਟ ਇਕੁਅਲ ਟੂ 0 ਹੀ ਹੋਏਗਾ। ਇਹਦਾ ਮਤਲਬ ਇਹ ਤਾਂ ਹੋ ਗਿਆ 4th ਕੈਂਸਲ, ਕਿਉਂਕਿ ਇਹ ਜਿਹੜਾ ਭਾਗ ਹੈ ਚੌਥਾ ਉਹ ਇਹਨਾਂ ਦੋਵਾਂ ਨੂੰ ਹੀ ਦਰਸਾ ਰਿਹਾ ਹੈ। ਸੋ ਸਾਡੇ ਕੋਲ ਦੂਜਾ ਭਾਗ ਬਚਿਆ ਗ੍ਰੇਟਰ ਦੈਨ 0। ਸੋ ਇਸ ਦੇ ਵਿੱਚ ਸਾਡੇ ਕੋਲ 2 ਰੂਟ ਜਿਹੜੇ ਨਿਕਲਣਗੇ ਉਹ ਭਿੰਨ ਭਿੰਨ ਹੋਣਗੇ, ਜਿਸ ਦੇ ਵਿੱਚ ਇੱਕ ਸਾਡੇ ਕੋਲ ਅਤੇ ਵਾਸਤਵਿਕ ਮੂਲ ਹੋਣਗੇ। ਸੋ ਇਹ ਸਾਡੇ ਕੋਲ ਆਪਸ਼ਨ ਆਉਂਦੀ ਹੈ 2 ਰਾਈਟ। ਫਿਰ ਸਾਡੇ ਕੋਲ ਕੁਐਸਚਨ ਨੰਬਰ ਆਉਂਦਾ ਹੈ ਸਾਡਾ ਕੁਐਸਚਨ ਨੰਬਰ 6, ਜਿਸ ਵਿੱਚ ਸਾਨੂੰ ਦਿੱਤਾ ਗਿਆ ਮਿਲਾਨ ਕਰੋ ਜਾਂ ਫਿਰ ਮੈਚ ਦਾ ਫੋਲੋਇੰਗ। ਸੋ ਕੁਐਸਚਨ ਦੇ ਵਿੱਚ ਦੇਖੋ ਕਾਲਮ 1 ਜਾਂ ਕਾਲਮ 2, ਨੀਚੇ ਕਾਲਮ 1 ਜਾਂ ਕਾਲਮ 2 ਦਿੱਤਾ ਗਿਆ ਹੈ। ਸੋ ਪਹਿਲਾਂ ਲਿਖਿਆ 2 ਭਿੰਨ ਭਿੰਨ ਵਾਸਤਵਿਕ ਮੁੱਲ, ਸੋ 2 ਡਿਫਰੈਂਟ ਐਂਡ ਰੀਅਲ ਰੂਟਸ, ਮਤਲਬ ਕਿ ਉੱਪਰ ਵਾਲਾ 5th ਕੁਐਸਚਨ ਹੀ ਆ ਗਿਆ ਸਾਡੇ ਕੋਲ। ਸੋ ਇਸ ਦੇ ਵਿੱਚ ਜਿਹੜਾ b ਸਕੁਅਰ ਮਾਈਨਸ 4ac ਕੀ ਹੋਏਗਾ ਗ੍ਰੇਟਰ ਦੈਨ 0। ਸੋ ਇਸ ਲਈ ਸਾਡੇ ਕੋਲ ਆ ਗਿਆ ਇਹਦੀ ਇੱਕ ਦੀ ਆਪਸ਼ਨ ਜਿਹੜੀ ਉਹ ਮਿਲ ਜਾਂਦੀ ਹੈ
इस तीसरे दे नाल साडे कोल इत्थे लग गया 1। सो दूसरा है 2 इक्वल एंड रीयल रूट्स। सो जो साडे कोल 2 इक्वल अते रीयल रूट्स होणगे उदों साडे कोल बराबर की होएगा बी स्केयर माइनस 4ac 0 के बराबर। सो ये साडे कोल 2 जिहड़ा है वो इत्थे मिल जाता है। फिर साडे कोल नो रीयल रूट्स। सो जो साडे कोल लैस दैन होएगा मतलब कि साडे कोल इस दे विच आंसर कच आएगा नैगेटिव दे विच आएगा। सो ये साडे कोल आंदा है बी स्केयर माइनस 4ac जो लैस दैन जां छोटा हुंदा है 0 तो। सो ये साडा 3 दे नाल जिहड़ा मैच कर जाता है। सो ये साडे पहले 6 सवाल। फिर असीं क्वेश्चन देखते हैं अपना क्वेश्चन नंबर जो है साडा 7th। सो क्वेश्चन नंबर 7th दे विच साडे कोल की है मूलां दी प्रकृति पता करो। सो फाइंड द नेचर ऑफ रूट्स। नेचर फाइंड करना है, ठीक है। कि नेचर का मतलब कि जिस तरह असीं 6वें क्वेश्चन दे विच देखो वेख्या है क्वेश्चन नंबर 6 दे विच ये वाला जो दिता गया 2 भिन्न भिन्न मूल होणगे या 2 डिफरेंट रूट्स होणगे ये साडे कोल इसदे नेचर हैं, ठीक है। इस नेचर जिहड़े असीं वो 7वें क्वेश्चन दे विच जिहड़े अगे असीं पता करने हैं। सो इस दे लई साडे कोल फॉर्मूला लगेगा डी का मतलब कि जिसनों असीं बोलते हैं डिस्क्रिमिनेंट। सो डी बराबर हुंदा है बी स्केयर माइनस 4ac। सो ये साडे कोल क्वाड्रेटिक इक्वेशन हुंदी है जिसनों असीं कंपेयर करते हैं ax स्केयर प्लस bx प्लस c दे नाल बराबर 0। सो इस दे विच ए देखो साडे कोल की होएगा x दी घात दे नाल x दी स्केयर दे नाल साडे कोल पिया हुंदा a। सो इत्थे साडे कोल x स्केयर है तो नाल तां साडे कुछ भी नहीं है। जो साडे कोल कुछ भी नहीं दिता तो साडे कोल a बराबर होएगा 1 दे। सो इस तरह b बराबर साडे कोल की आ गया 5 क्योंकि कल्ले x दे नाल साडे कोल पिया हुंदा है b। सो जिहड़ी संख्या ना कोई भी वेरीएबल ना होवे वो साडी हो गई c, इसलिए c बराबर आ गया साडा 6। हुण असीं ए लगाना है बी स्केयर माइनस 4ac। सो b कितना है 5। सो 5 का वर्ग करो माइनस 4 ए कितना है 1 c कितना है 6। सो हल करते हैं साडे को आंदा है 5 का वर्ग कितना आ गया साडे को 25 माइनस 4 एकम 4 4 छिका 24 साडे को 24 ਇਹਦਾ आंसर आ गया 1। सो जिहड़ा 1 आया साडे को ग्रेटर दैन आ गया 0 तो। सो इसदा मतलब डी ग्रेटर दैन 0। सो जो डी ग्रेटर दैन जां ਅਸੀਂ डी कह दईए जां फिर ਅਸੀਂ कह दईए बी स्केयर माइनस 4ac ਵੱਡਾ है 0 तो। सो देखो 6वें सवाल वाल देखते हैं असीं कि जो बी स्केयर माइनस 4ac ਵੱਡਾ है 0 तो 1 नाल मैच करता है तो 1 ਦੇ ਵਿੱਚ ਕੀ 2 डिफरेंट एंड रियल रूट्स। सो 2 भिन्न भिन्न वास्तविक मुल। सो इत्थे साडे कोल इसदा आंसर की आ जाएगा कि ये साडे कोल आंदा है 2 भिन्न भिन्न वास्तविक मुल ਜਾਂ 2 डिफरेंट रूट्स ਜਿਹੜੇ ਸਾਡੇ ਕੋਲ ਆਉਂਦੇ ਹਨ। ਸੋ ਫਿਰ ਸਾਡੇ ਕੋਲ ਆਉਂਦਾ ਹੈ 7th ਦਾ ਹੀ ਪਾਰਟ 2 ਆਉਂਦਾ ਹੈ। ਸੋ ਇਸ ਭਾਗ 2 ਦੇ ਵਿੱਚ ਸਾਡੇ ਕੋਲ ਕੀ ਹੋਏਗਾ a ਕਿੰਨਾ ਆ ਜਾਏਗਾ x ਸਕੁਅਰ ਨਾਲ ਕਿੰਨਾ ਪਿਆ 6 a 2 ਆ ਗਿਆ 6 ਆ ਗਿਆ। ਸੋ b ਕਿੰਨਾ ਆ ਜਾਏਗਾ ਦੇਖੋ x ਨਾਲ ਕੀ ਪਿਆ ਕੁਝ ਵੀ ਨਹੀਂ ਨਾ ਪਿਆ ਮਾਈਨਸ ਦਾ ਸਾਈਨ ਲੱਗਾ ਹੋਇਆ। ਸੋ ਇਸ ਨੂੰ ਅਸੀਂ ਲਿਖਾਂਗੇ -1। ਸੋ ਜਦੋਂ ਕੁਝ ਵੀ ਸੰਖਿਆ ਜਾਂ ਕੁਝ ਵੀ ਸੰਖਿਆ ਨਾ ਹੋਵੇ ਸਾਡੇ ਕੋਲ कोई भी नंबर गिवन ना होवे तो उत्थे साडे कोल 1 हुंदा है। नाल माइनस करके असीं साइन नूं काउंट करना है। प्लस वाले साइन नूं असीं काउंट करने की लोड़ नहीं हुंदी क्योंकि ऑलरेडी वैल्यू प्लस विच हुंदी है। सो c बराबर आ गया साडे कोल 2। सो फिर असीं देखते हैं कि बी स्केयर माइनस 4ac लगाने हैं। सो सब तो पहला -1 का असीं की करते हैं वर्ग -4 फिर 6 फिर आता है 2। सो -1 का वर्ग किया साडे कोल आ गया 1। सो ध्यान रखना जो नैगेटिव संख्या का वर्ग करूँगे या स्केयर करूँगे तो साडे कोल पॉजिटिव आंसर आएगा। सो फिर आ -4 छिका 24 24 तो 2 2 24 नूं 2 नाल गुणा करो साडे कोल आंदा है 48। सो साडे कोल आंसर आ गया -47। सो जो संख्या नैगेटिव च आवे तो छोटी हुंदी है 0 तो। सो इसका मतलब ये होया कि जिहड़ा साडे कोल बी स्केयर माइनस 4ac है वो लैस दैन 0 आ गया। सो इत्थे साडे कोल की हुंदा है मूल संभव नहीं। सो रूट्स आर नॉट पॉसीबल। साडे को ये आंदा साडा क्वेश्चन नंबर 6। फिर साडे को क्वेश्चन नंबर आंदा है 7th का 3rd। सो जिस दे विच साडे कोल ए कितना होएगा एक्स स्केयर दे नाल की पिया है साडे कोल 4 ए हो गया 4। सो एक्स कल्ले दे नाल है 4। सो बी हो गया साडे कोल नाल माइनस है -4। सो कितना हो गया 0। सो सब तो पहला फिर असीं बी का स्केयर करते हैं -4 का वर्ग -4 ए कितना है 4 सी कितना है 0। सो -4 का वर्ग किया 16 माइनस का स्केयर करोगे पॉजिटिव 4 चुके 16 16 नूं 0 नाल गुणा करो 0 4 4 का 16 16 0 का 0। सो साडे को आ गया 16 जिहड़ा आ गया ग्रेटर दैन 0। सो देयरफॉर साडे को आ जाएगा बी स्केयर माइनस 4ac जिहड़ा ग्रेटर दैन 0। सो जो बी स्केयर माइनस 4ac ग्रेटर दैन 0 हुंदा है तो साडे को की आंदा है 2 भिन्न भिन्न
मूल ਅਤੇ मूल की होणगे साडे को वास्तविक। सो टू डिफरेंट एंड रियल रूट्स। सो इस तो बाद साडा क्वेश्चन नंबर आता है क्वेश्चन नंबर 8th। उस से साडे को है के दा मूल पता करो तां जो दित्ती हुई दो घाती समीकरण के मूल बराबर हो जाण। सो फॉर द वट वैल्यू ऑफ के द गिवन इक्वेशन हैव इक्वल रूट्स। सो ध्यान देखो साडे को इक्वल रूट्स दिते गए हैं कि रूट की गए हैं बराबर, मूल बराबर हैं। सो जो मूल बराबर हैं तो साडे को बी स्केयर माइनस 4ac बराबर किहदे होएगा 0 मन के चलांगे आपां। सो इस इक्वेशन में जो असीं कंपेयर करते हैं अपनी ax स्केयर प्लस bx प्लस c बराबर 0 के नाल तो साडे कोल a कितना आंदा है, a आंदा है k, b कितना आंदा है 3 तो c कितना आंदा है साडे कोल माइनस दा 4। फिर असीं लगाने हैं अपना बी स्केयर माइनस 4ac। सो ये साडे को मूल की है बराबर, सो इसलिए बराबर हो जाएगा 0। सो साडे को आएगा बी कितना है 3, 3 का वर्ग करते हैं माइनस 4 नाल आएगा साडे को ए कितना है के सी कितना है साडे को माइनस 4 बराबर करते हैं 0। सो साडे को आ गया 3 का वर्ग 9, 4 चौके 16, 16 चौका 64, माइनस ना गुणा करो प्लस हो जाएगा साडे को इत्थे आ गया 64 बराबर 0। सो जो 64 ते 9 नूं जो असीं जोड़ते हाँ तो साडे कोल की आंदा है 64 ते 6 70, 70 ते 3 आ गया साडे को 73, 73। सो जो साडे को आंदा है बराबर 0। सो इत्थे साडे कोल छोटी जी मिसटेक हो गई, ध्यान च रखना कि ए के बराबर है के दे। सो इत्थे असीं भरना सी के। सो 4 चौके 16 प्लस साडे को आना 16 के। सो बराबर 0 आ गया साडे को। सो साडे को आ जाना सी ये 16 के बराबर माइनस जाना है साडे को 9। सो के बराबर आना सी माइनस 9/16। सो ये सी साडे को के की वैल्यू आनी। सो के साडे को ये वाला जो मुल जो के दा वो आंदा है। सो देखो ध्यान ना के एक्स स्केयर प्लस 3x माइनस 4 दिता गया सी। असी ए कितना आया साडे को के, बी कितना आया 3, सी कितना आया माइनस 4। असी बी स्केयर माइनस 4ac का फॉर्मूला लगाया। बी कितना है साडे को 3, 3 का वर्ग हो गया माइनस 4, ए कितना है के, सी कितना है माइनस 4। सो असी सॉल्व किया तो के साडे को कितना आया माइनस 9/16। फिर साडे को क्वेश्चन है वाई स्केयर प्लस 6y प्लस के बराबर 0। सो इस ए देखो साडे को कितना आंदा है वाई स्केयर ना कुछ भी नहीं ना लगा होया, ਇਹਦਾ मतलब ए हो गया 1। सो बी कितना हो गया साडे को वाई ना कितना है 6। सो ए हो गया साडे को 6, सी हो गया साडे को के। सो रूट्स ਇਹਦੇ ਵਿੱਚ ਵੀ साडे को 8th क्वेश्चन ਦੇ सैकेंड पार्ट है। सो रूट साडे को की ਹਨ इक्वल ਹਨ, इक्वल कहते 0 ਦੇ। सो सब तो पहला बी का वर्ग करो, साडे को आ गया 6 का वर्ग माइनस 4, ए कितना है 1, सी कितना है साडे को के बराबर आ गया 0। सो ये आ गया साडे को 36 माइनस 4 के बराबर आ गया 0। साडे को बन गया 36 बराबर 4 के। सो ये वाला फैक्टर जो साडे को इधर जाके पॉजिटिव हो गया। सो 4 ना आया 36, 4 9 36 आ गया साडे को। सो देयर 4 के जोड़ा आ गया साडे को कितना आ जाता है 9। सो के का रूट या मुल जो कितना आता साडे को 9 जोड़ा वो आ जाता है। सो इस तो बाद साडा क्वेश्चन नंबर आता है 9th। क्वेश्चन नंबर 9th में साडे को की है मूल पता करो, फाइंड द रूट्स ऑफ द गिवन इक्वेशन। साडे को है 2x स्केयर माइनस 3x प्लस 5 इज इक्वल टू 0। सो असीं देखिए तो साडे कोल ए कितना आंदा है 2, बी कितना आंदा है -3 और सी कितना आंदा है 5। सो जिसनों असीं सॉल्व करिए साडे को बनेगा बी स्केयर माइनस 4ac। सो सॉरी इस विच सानूं क्या है रूट्स पता करो, ठीक है। रूट पता करने हैं असी, रूट असी अपना फॉर्मूला लगाने असी फैक्टराइजेशन मैथड। सो जिस दे विच असी पहला फैक्टर इस तरह ही लिखते हैं 2x स्केयर माइनस 3x प्लस 5 इज इक्वल टू 0। सो हम असी सॉल्व कर इस तरह करना है कि असी पहले फैक्टर नूं इस तरह ही लिख लेना है 2x स्केयर, फिर साइन जो है असी वो लिखना है। फिर जो सैकेंड फैक्टर है, सैकेंड का मतलब जो x वाला फैक्टर होंदा है, मतलब कि जिसकी घात साडे को 1 होवे, उसनों असी एक ब्रैकेट लिख लैनी है, लिखना कुछ नहीं असी। तो थर्ड फैक्टर भी असी इस तरह लिख लेना है, बराबर कर देना 0। हुण असी जिहड़ा एक घात वाला फैक्टर है उसनों दो भागों के तोड़ना है, मतलब दो भाग लिखने हैं। उन्होंने दो भागों को जोड़ के ये भाग बनना चाहिए है, जो 3 है ये बनना चाहिए है, या घटा के बनना चाहिए है, और गुणा करके साडे कोल इसकी तो इसकी गुणा जी वो बननी चाहिए है 5 दूनी 10। मतलब कि साडे को गुणा कितनी बन रही है 5 2 10, मल्टीप्लीकेशन के 10 आ रहे हैं, तो साडे को नाल की चाहिए है 3x।
ਹੁਣ ਸਾਡੇ ਕੋਲ ਸਭ ਤੋਂ ਪਹਿਲਾਂ ਆ ਜਾਏਗਾ ਇੱਥੇ ਦੇਖੋ 5 ਮਾਈਨਸ ਕਰਦੇ ਹਾਂ ਅਸੀਂ 3, 5 ਚੋਂ 3 5 ਮਾਈਨਸ 2, 5 ਚੋਂ 2 ਮਾਈਨਸ ਕਰੋ 3 ਆ ਗਿਆ, 5 2 10 ਵੀ ਆ ਗਿਆ। ਸੋ ਇੱਥੇ ਲਗਾ ਦਿਓ ਨਾਲ x। ਸੋ 5x ਦੇ ਵਿੱਚੋਂ ਅਸੀਂ 2x ਮਾਈਨਸ ਕਰਾਂਗੇ ਤਾਂ ਕਿੰਨਾ ਆ ਜਾਏਗਾ 3x। ਹੁਣ ਦੇਖੋ ਸਾਡੇ ਕੋਲ ਗੁਣਾ ਵੀ ਬਣ ਗਈ ਅਤੇ ਇਹ ਵਾਲੀ ਵੈਲਿਊ ਜਿਹੜੀ ਇਹ ਵੀ ਬਣ ਜਾਂਦੀ ਹੈ। ਹੁਣ ਸਾਡੇ ਕੋਲ ਹੈਗਾ 2x ਸਕੁਅਰ ਮਾਈਨਸ ਬ੍ਰੈਕਟ ਨੂੰ ਓਪਨ ਕਰੋ, ਬਾਹਰ ਸਾਈਨ ਮਾਈਨਸ ਦਾ ਹੈ, ਸਾਈਨ ਬ੍ਰੈਕਟ ਦੇ ਕੀ ਹੋ ਜਾਣਗੇ ਚੇਂਜ। ਸੋ ਸਾਡੇ ਕੋਲ ਹੈਗਾ -5x ਪਲੱਸ 2x ਪਲੱਸ 5 ਇਜ਼ ਇਕੁਅਲ ਟੂ 0। ਸਾਈਨ ਚੇਂਜ ਦਾ ਮਤਲਬ ਕਿ ਜਿਹੜੀ ਸੰਖਿਆ ਪੋਜ਼ੀਟਿਵ ਹੋਵੇ ਉਸਨੇ ਨੈਗੇਟਿਵ ਹੋ ਜਾਣਾ ਹੈ ਅਤੇ ਜਿਹੜੀ ਨੈਗੇਟਿਵ ਹੋਵੇ ਉਸਨੇ ਪੋਜ਼ੀਟਿਵ ਹੋ ਜਾਣਾ ਹੈ। ਹੁਣ ਅਸੀਂ ਇਸ ਨੂੰ ਦੋ ਜਿਹੜੇ ਕਿ ਟਰਮਸ ਲੈ ਕੇ ਵੰਡ ਦੇਣਾ ਹੈ। ਸੋ ਇਸ ਦੇ ਵਿੱਚ ਕਾਮਨ ਦੇਖੋ ਸਾਡੇ ਕੋਲ ਕੀ ਆਉਂਦਾ ਹੈ, ਸਾਂਝਾ ਕੀ ਆਉਂਦਾ ਹੈ x ਆਉਂਦਾ ਹੈ, x ਸਾਂਝਾ ਆ ਗਿਆ। ਇੱਥੇ 1x 2 ਸੀਗੇ, 1 ਕਾਮਨ ਹੋਇਆ, ਸਾਡੇ ਕੋਲ ਰਹਿ ਗਿਆ 2x। ਇੱਥੇ 1x ਸੀ, ਸਾਡੇ ਕੋਲ 1 ਕਾਮਨ ਹੋ ਗਿਆ ਅਤੇ ਸਾਡੇ ਕੋਲ ਰਹਿ ਗਿਆ 5। ਹੁਣ ਧਿਆਨ ਦੇਣਾ ਕਿ ਜੋ ਸਾਡੇ ਕੋਲ ਇਸ ਬ੍ਰੈਕਟ ਵਿੱਚ ਆ ਗਿਆ ਪਹਿਲੀ 'ਚ, ਦੂਸਰੀ ਬ੍ਰੈਕਟ ਵਿੱਚ ਵੀ ਉਹੀ ਚੀਜ਼ ਆਵੇਗੀ। ਹੁਣ ਦੇਖੋ ਸਭ ਤੋਂ ਪਹਿਲਾਂ ਤਾਂ ਤੁਸੀਂ ਇੱਥੇ ਲਿਖ ਲਓ 2x ਮਾਈਨਸ 5 ਬਰਾਬਰ 0, ਉਹੀ ਚੀਜ਼ ਆਏਗੀ ਨਾ। ਹੁਣ ਦੇਖੋ ਇੱਥੇ ਸਾਡੇ ਕੋਲ ਇੱਥੇ ਸਾਈਨ ਕਿਹੜਾ ਆਏਗਾ, ਦੋਵਾਂ ਨਾਲ ਪਲੱਸ ਹੈ ਸਾਡੇ ਕੋਲ ਇੱਥੇ। ਸੋ ਇਸ ਕੁਐਸਚਨ ਦੇ ਵਿੱਚ ਦੇਖੋ ਸਾਡੇ ਕੋਲ ਥੋੜੀ ਪ੍ਰੋਬਲਮ ਆ ਗਈ ਹੈ ਇੱਥੇ ਕਿ ਜਿਹੜਾ ਇੱਥੇ ਤਾਂ ਅਸੀਂ ਮਾਈਨਸ ਲਗਾ ਦਾਂਗੇ, ਪਰ ਇੱਥੇ ਤਾਂ ਦੋਵਾਂ ਨਾਲ ਪਲੱਸ ਹੈ ਅਤੇ ਪਲੱਸ ਕਾਮਨ ਵੀ ਕੱਢਾਂਗੇ ਤਾਂ ਸਾਡੇ ਕੋਲ ਪਲੱਸ ਹੀ ਬਚੇਗਾ। ਇਹਦਾ ਮਤਲਬ ਥੋੜੀ ਜਿਹੀ ਸਾਡੀ ਜੋ ਮਿਸਟੇਕ ਹੋਈ ਹੈ ਉਹ ਕੀ ਰਹੇਗੀ, ਇਹ ਦੋਵੇਂ ਸਟੈਪ ਅਸੀਂ ਕੈਂਸਲ ਕਰਦੇ ਹਾਂ। ਠੀਕ ਹੈ, ਹੁਣ ਦੇਖੋ ਸਾਡੇ ਕੋਲ ਇੱਥੇ ਚੇਂਜ ਕਰਨਾ, ਇੱਥੇ ਅਸੀਂ ਬਣਾਉਂਦੇ ਹਾਂ 2x, ਇੱਥੇ ਬਣਾਉਂਦੇ ਹਾਂ ਅਸੀਂ 5। ਹੁਣ ਦੇਖੋ 2 ਚੋਂ 5 ਮਾਈਨਸ ਕਰੋ, ਸਾਡੇ ਕੋਲ ਮਾਈਨਸ 3x ਆ ਗਿਆ। ਹੁਣ ਸਾਡੇ ਕੋਲ ਕੀ ਬਚਦਾ ਹੈ ਕਿ 2x ਸਕੁਅਰ ਮਾਈਨਸ 2x, ਸਾਈਨ ਚੇਂਜ ਹੋਇਆ, ਇੱਥੇ ਮਾਈਨਸ ਸੀ, ਸਾਡੇ ਕੋਲ ਹੋ ਗਿਆ ਪਲੱਸ ਦਾ 5x, ਫਿਰ ਸਾਡੇ ਕੋਲ ਆ ਗਿਆ ਪਲੱਸ 5 ਇਜ਼ ਇਕੁਅਲ ਟੂ ਆ ਗਿਆ 0 ਸਾਡੇ ਕੋਲ। ਠੀਕ ਹੈ, ਅਤੇ ਹੁਣ ਸਾਡੇ ਕੋਲ ਇਸ ਦੇ ਅਸੀਂ ਦੋ ਜਿਹੜੀਆਂ ਕਿ ਟਰਮਸ ਨੂੰ ਇਕੱਠਾ ਕਰਕੇ 2 ਸੈੱਟ ਬਣਾ ਲਏ। ਇਸ 'ਚ ਕਾਮਨ ਆਉਂਦਾ ਸਾਡੇ ਕੋਲ 2 ਅਤੇ 1 ਆਉਂਦਾ x। ਸਾਡੇ ਕੋਲ ਇੱਧਰ ਬਚਿਆ 2 ਕਾਮਨ ਹੋ ਗਿਆ, 1x ਹੋ ਗਿਆ, ਸਾਡੇ ਕੋਲ 1x ਬਚ ਗਿਆ। 2x ਸੀ, 2x ਤੇ ਕਾਮਨ ਹੋ ਗਿਆ, ਸਾਡੇ ਕੋਲ ਬਚ ਗਿਆ 1। ਹੁਣ ਜੋ ਇਸ ਸਾਈਡ 'ਤੇ ਆਇਆ ਉਹੀ ਸਾਡੇ ਕੋਲ ਇੱਧਰ ਦੂਸਰੀ ਬ੍ਰੈਕਟ ਵਿੱਚ ਆਵੇਗਾ ਅਤੇ ਬਰਾਬਰ 0। ਹੁਣ ਦੇਖੋ ਇੱਥੇ ਸਾਡੇ ਕੋਲ ਆਇਆ x, ਇੱਥੇ ਸੀ 5x, ਸੋ ਨਾਲੋਂ ਕੀ ਹਟ ਗਿਆ 5, ਇਹਦਾ ਮਤਲਬ 5 ਹੋ ਗਿਆ ਕਾਮਨ। ਸੋ ਇੱਥੇ ਸਾਡੇ ਕੋਲ ਆ ਗਿਆ ਸੋ ਇਹ ਦੇਖੋ ਫਿਰ ਸਾਡੇ ਕੋਲ ਪ੍ਰੋਬਲਮ ਆ ਗਈ। ਠੀਕ ਹੈ ਨਾ, ਇੱਥੇ ਫਿਰ ਦੋਵਾਂ ਨਾਲ ਪਲੱਸ ਆ ਗਿਆ। ਇਸ ਦਾ ਮਤਲਬ ਕਿ ਸਾਡੇ ਕੋਲ ਸਟੇਟਮੈਂਟ ਵਿੱਚ ਕੁਝ ਜਿਹੜਾ ਚੇਂਜ ਉਹ ਹੋਵੇਗਾ। ਠੀਕ ਹੈ, ਤਾਂ ਇਸ ਦਾ ਮਤਲਬ ਇਹ ਜਿਹੜਾ 5 ਹੈ ਸਾਡੇ ਕੋਲ, ਇਹ ਸਾਡੇ ਕੋਲ ਹੋਏਗਾ ਨੈਗੇਟਿਵ ਦਾ ਇੱਥੇ। ਠੀਕ ਹੈ, ਇੱਥੇ ਇਸ ਨੂੰ ਨੈਗੇਟਿਵ ਕਰੋ, ਦੇਖੋ ਨੈਗੇਟਿਵ ਕੀਤਾ, ਇੱਥੇ ਵੀ ਨੈਗੇਟਿਵ ਕੀਤਾ, ਤਾਂ ਸਾਡੇ ਕੋਲ ਬ੍ਰੈਕਟ ਦੇ ਵਿੱਚ ਜਦੋਂ 5 ਇੱਥੇ ਕਾਮਨ ਕੀਤਾ ਸਾਡੇ ਕੋਲ ਕੀ ਰਹਿ ਗਿਆ, x-1 ਬਣ ਰਿਹਾ ਹੈ ਨਾ, ਇੱਥੇ ਸਾਡੇ ਕੋਲ ਪਲੱਸ ਦਾ 5। ਇਸ ਲਈ ਸਾਡੇ ਕੋਲ ਬਣ ਗਿਆ 2x ਪਲੱਸ 5। ਸੋ ਇੱਕ ਆ ਗਿਆ x-1। ਸੋ ਧਿਆਨ ਦਿਓ ਕਿ ਸਾਡੇ ਕੋਲ ਇੱਥੇ ਆਉਂਦਾ x-1। ਸੋ ਜੋ ਵੀ ਸਾਡੇ ਕੋਲ ਇੱਕ ਬ੍ਰੈਕਟ ਆਉਂਦੀ ਹੈ ਉਹ ਇੱਕ ਫੈਕਟਰ ਆਉਣਾ ਹੈ, ਦੂਸਰਾ ਜੋ ਸਾਡੇ ਕੋਲ ਬ੍ਰੈਕਟ ਤੋਂ ਬਾਹਰ ਪਿਆ ਹੈ ਉਹ ਇੱਕ ਫੈਕਟਰ ਆਉਣਾ ਹੈ। ਸੋ ਦੋਵਾਂ ਨੂੰ ਬਰਾਬਰ ਕਰ ਦੇਣਾ ਹੈ 0 ਦੇ। ਸੋ ਹੁਣ ਦੇਖੋ 2x ਪਲੱਸ 5 ਨੂੰ ਬਰਾਬਰ ਜਦੋਂ 0 ਕਰਦੇ ਹਾਂ ਤਾਂ x ਸਾਡੇ ਕੋਲ ਆਉਂਦਾ ਹੈ -5 ਡਿਵਾਈਡ ਬਾਈ 2, ਕਿਉਂਕਿ 5 ਇੱਧਰ ਮਾਈਨਸ ਹੋ ਗਿਆ ਅਤੇ 2 ਜਿਹੜਾ ਸੀ ਉਹ ਡਿਵਾਈਡ ਹੋ ਜਾਏਗਾ। ਸੋ ਇੱਕ ਤਾਂ ਸਾਡੇ ਕੋਲ ਰੂਟ ਆ ਗਿਆ ਇੱਥੇ x ਬਰਾਬਰ -5/2 ਅਤੇ ਦੂਸਰਾ ਦੇਖੋ x-1 ਬਰਾਬਰ 0 ਹੈ ਸਾਡੇ ਕੋਲ। ਇਹ ਆਏਗਾ ਸਾਡੇ ਕੋਲ x-1 ਇਜ਼ ਇਕੁਅਲ ਟੂ 0 ਕਰੋ ਤਾਂ x ਬਰਾਬਰ ਆ ਗਿਆ 1 ਅਤੇ ਦੂਸਰਾ ਸਾਡੇ ਕੋਲ ਬਣ ਗਿਆ x ਬਰਾਬਰ 1। ਸੋ ਇਸ ਲਈ ਸਾਡੇ ਕੋਲ ਇਹ ਜਿਹੜੇ ਦੋ ਰੂਟ ਹੈ ਉਹ ਆ ਜਾਂਦੇ ਹਨ। ਸੋ ਕੁਐਸਚਨ ਥੋੜ੍ਹਾ ਜਿਹਾ ਧਿਆਨ ਨਾਲ ਸਮਝਣਾ ਹੈ ਕਿ ਸਾਡੇ ਕੋਲ ਇੱਕ ਮਿਸਟੇਕ ਹੋਈ ਪਹਿਲਾਂ ਇੱਥੇ, ਉਹ ਵੀ ਸਾਈਨ ਦੇ ਕਰਕੇ, ਦੂਸਰੀ ਫਿਰ ਬਣਦੀ ਸੀ, ਤਾਂ ਸਾਨੂੰ ਕਲੀਅਰ ਹੋ ਗਿਆ ਕਿ ਸਾਡੇ ਕੋਲ ਥੋੜ੍ਹਾ ਜਿਹਾ ਸਟੇਟਮੈਂਟ ਵਿੱਚ ਜਿਹੜੀ ਕਿ ਮਿਸਟੇਕ ਉਹ ਹੋਵੇਗੀ। ਜਿਸ ਨੂੰ ਅਸੀਂ ਸਹੀ ਕੀਤਾ ਸਾਡੇ ਕੋਲ ਆਨਸਰ ਜਿਹੜਾ ਉਹ ਬਣ ਜਾਂਦਾ ਹੈ।